ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਖੁਰਾਸਾਨ ਖਸਮਾਨਾ ਕੀਆ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਖੁਰਾਸਾਨ ਖਸਮਾਨਾ ਕੀਆ ਇਹ ਰਚਨਾ ਜੋ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਬਰ ਬਾਣੀ ਦੇ ਵਿੱਚ ਦਰਜ ਹੈ। ਬਾਬਰ ਬਾਣੀ ਬਾਬਰ ਦੇ ਬਾਰੇ, ਜਦੋਂ ਮੁਗਲ ਬਾਦਸ਼ਾਹ ਬਾਬਰ ਨੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕੀਤਾ ਅਤੇ ਉਸ ਵੇਲੇ ਦੀ ਦਸ਼ਾ ਨੂੰ ਬਿਆਨ ਕੀਤਾ ਹੈ ਬਾਬਰ ਬਾਣੀ ਦੇ ਵਿੱਚ। ਬਾਬਰ ਜੋ ਅਫਗਾਨਿਸਤਾਨ ਵਾਲੇ ਪਾਸਿਓਂ ਆਉਣ ਵਾਲਾ ਬਾਦਸ਼ਾਹ ਸੀ, ਮੁਗਲ ਬਾਦਸ਼ਾਹ, ਜਿਸ ਨੇ ਹਿੰਦੁਸਤਾਨ ਦੇ ਖਾਨਾ ਜੰਗੀ ਆਪਸੀ ਜੋ ਰਾਜਿਆਂ ਦੀ ਜੋ ਵਿਰੋਧਤਾ ਸੀ ਆਪਸ ਦੇ ਵਿੱਚ, ਉਸ ਨੂੰ ਵੇਖਦਿਆਂ ਹੋਇਆਂ ਹਿੰਦੁਸਤਾਨ ਦੇ ਉੱਪਰ ਕਾਬਜ਼ ਹੋਣ ਦੇ ਲਈ ਹਿੰਦੁਸਤਾਨ ਦੇ ਉੱਪਰ ਹਮਲਾ ਕਰ ਦਿੱਤਾ। ਕਿਉਂਕਿ ਇੱਕ ਸਮਝਦਾਰ ਸ਼ਖਸ ਜੋ ਹੈ ਉਹ ਇਸ ਗੱਲ ਦਾ ਅੰਦਾਜ਼ਾ ਲਾ ਲੈਂਦਾ ਹੈ ਕਿ ਜੋ ਲੋਕ ਆਪਸ ਦੇ ਵਿੱਚ ਲੜ ਝਗੜ ਰਹੇ ਹਨ ਉਹ ਕਦੇ ਵੀ ਦੁਸ਼ਮਣ ਦਾ ਇਕੱਠੇ ਹੋ ਕੇ ਮੁਕਾਬਲਾ ਨਹੀਂ ਕਰ ਸਕਦੇ। ਸੋ ਇਸ ਸਥਿਤੀ ਦਾ ਜੋ ਹਿੰਦੁਸਤਾਨ ਦੀ ਸੀ ਉਸ ਦਾ ਫਾਇਦਾ ਚੁੱਕਦਿਆਂ ਹੋਇਆਂ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ। ਖੁਰਾਸਾਨ ਖਸਮਾਨਾ ਕੀਆ। ਖੁਰਾਸਾਨ ਉਹ ਮੁਲਕ ਸੀ ਜਿੱਥੋਂ ਬਾਬਰ ਜੋ ਸੀ ਆਇਆ ਸੀ। ਖਸਮਾਨਾ ਯਾਨੀ ਕਿ ਜਦੋਂ ਕਬਜ਼ਾ ਕਰ ਲਿਆ ਉਸਨੇ ਖੁਰਾਸਾਨ ਦੇ ਉੱਪਰ, ਤਾਂ ਉਸ ਤੋਂ ਬਾਅਦ ਬਾਬਰ ਦਾ ਧਿਆਨ ਜੋ ਸੀ ਆਪਣੇ ਰਾਜ ਦੇ ਵਿਸਤਾਰ ਲਈ ਹਿੰਦੁਸਤਾਨ ਵੱਲ ਹੋ ਗਿਆ। ਔਰ ਉਸਦੇ ਹਿੰਦੁਸਤਾਨ 'ਤੇ ਜਦੋਂ ਹਮਲਾ ਕੀਤਾ ਉਸਨੇ ਹਿੰਦੁਸਤਾਨ 'ਤੇ ਇੱਕ ਤਰ੍ਹਾਂ ਦੇ ਨਾਲ ਬੜਾ ਸਹਿਮ ਛਾ ਗਿਆ, ਡਰ ਗਿਆ ਪੂਰਾ ਹਿੰਦੁਸਤਾਨ ਦੀ ਜੋ ਜਨਤਾ ਸੀ। ਕਿਉਂਕਿ ਜਦੋਂ ਵੀ ਕੋਈ ਯੁੱਧ ਹੁੰਦਾ ਹੈ ਅਤੇ ਵਧੇਰਾ ਡਰ ਆਮ ਜਨਤਾ ਨੂੰ ਹੀ ਹੁੰਦਾ ਹੈ, ਕਿਉਂਕਿ ਵਿਨਾਸ਼ ਉਹਨਾਂ ਦਾ ਹੀ ਹੁੰਦਾ ਹੈ। ਆਪੈ ਦੋਸ਼ ਨਾ ਦੇਈ ਕਰਤਾ। ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਆਪੈ ਦੋਸ਼ ਨਾ ਦੇਈ ਕਰਤਾ। ਕਰਤਾ ਤੋਂ ਭਾਵ ਹੈ ਕਾਦਰ। ਉਹ ਪਰਮਾਤਮਾ ਜੋ ਅਟਲ ਸ਼ਕਤੀ ਹੈ, ਉਹ ਕਿਸੇ ਵੀ ਜ਼ੁਲਮੀ ਨੂੰ ਉਸਦੇ ਜ਼ੁਲਮ ਦੀ ਸਜ਼ਾ ਦੇਣ ਵਾਸਤੇ ਆਪ ਚੱਲ ਕੇ ਨਹੀਂ ਆਉਂਦਾ, ਸਗੋਂ ਉਹ ਕਿਸੇ ਨਾ ਆਪੇ ਦੋਸ਼ ਨਾ ਦੇਈ ਕਰਤਾ, ਭਾਵ ਆਪ ਉਸਨੂੰ ਉਸਦੇ ਕੀਤੇ ਦੀ ਸਜ਼ਾ ਨਹੀਂ ਦਿੰਦਾ, ਸਗੋਂ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਹੈ। ਜੰਮ ਕਰ ਮੁਗਲ ਚੜਾਇਆ, ਅਤੇ ਕਿਸੇ ਦੇ ਵਿੱਚੋਂ ਦੀ ਹੋ ਕੇ ਜੋ ਜ਼ੁਲਮੀ ਇਨਸਾਨ ਹੈ ਉਸ ਦਾ ਨਾਸ਼ ਕਰਦਾ ਹੈ। ਠੀਕ ਇਸੇ ਤਰ੍ਹਾਂ ਜੰਮ ਕਰ ਮੁਗਲ ਚੜਾਇਆ, ਜਦੋਂ ਹਿੰਦੁਸਤਾਨੀ ਰਾਜੇ ਜੋ ਸਨ ਉਹ ਇੰਨੇ ਜ਼ਿਆਦਾ ਵਿਸ਼ੇ ਵਿਕਾਰਾਂ ਦੇ ਵਿੱਚ ਗ੍ਰਸ ਚੁੱਕੇ ਸਨ ਕਿ ਉਹ ਆਪਣੇ ਫਰਜ਼ਾਂ ਤੋਂ ਬੇਮੁਖ ਹੋ ਗਏ ਸਨ। ਜਨ ਕਲਿਆਣ ਉਹਨਾਂ ਦਾ ਮਕਸਦ ਨਹੀਂ ਸੀ ਰਹਿ ਗਿਆ, ਉਹ ਸਵਾਰਥੀ ਹੋ ਚੁੱਕੇ ਸਨ। ਇਸ ਸਦਕਾ ਉਹ ਜਨਤਾ ਦਾ ਸ਼ੋਸ਼ਣ ਕਰ ਰਹੇ ਸਨ। ਅਜਿਹੇ ਰਾਜਿਆਂ ਨੂੰ, ਜਿਹੜੇ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਚੁੱਕੇ ਸਨ, ਸਜ਼ਾ ਦੇਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਜੰਮ ਦੇ ਰੂਪ ਦੇ ਵਿੱਚ ਮੁਗਲ ਬਾਦਸ਼ਾਹ, ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਉਸ ਕਾਦਰ ਨੇ, ਉਸ ਪਰਮਾਤਮਾ ਨੇ ਮੁਗਲ ਬਾਦਸ਼ਾਹ ਬਾਬਰ ਨੂੰ ਜੰਮ ਦੇ ਰੂਪ ਦੇ ਵਿੱਚ ਹਿੰਦੁਸਤਾਨ ਦੇ ਰਾਜਿਆਂ ਨੂੰ ਸਜ਼ਾ ਦੇਣ ਦੇ ਲਈ ਭੇਜਿਆ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਫਿਰ ਉਹ ਯਾਨੀ ਰੱਬ ਨੂੰ ਉਲਾਮਾ ਦਿੰਦੇ ਨੇ ਕਿ ਹੇ ਪਰਮਾਤਮਾ, ਏਤੀ ਮਾਰ ਪਈ ਕੁਰਲਾਣੇ, ਇੰਨਾ ਜ਼ੁਲਮ ਹੋਇਆ ਹਿੰਦੁਸਤਾਨ ਦੀ ਜਨਤਾ ਉੱਤੇ। ਪਹਿਲਾਂ ਤਾਂ ਰਾਜਿਆਂ ਦੁਆਰਾ ਹੋ ਰਿਹਾ ਸੀ, ਫਿਰ ਮੁਗਲ ਸਿਪਾਹੀਆਂ ਨੇ ਜ਼ੁਲਮ ਕੀਤਾ, ਜਨਤਾ ਨੂੰ ਮਾਰਿਆ, ਉਹਨਾਂ ਨੂੰ ਬੇਪੱਤ ਕੀਤਾ, ਔਰਤਾਂ ਨੂੰ ਲੁੱਟਿਆ ਗਿਆ, ਮਰਦਾਂ ਦਾ ਘਾਣ ਕੀਤਾ ਗਿਆ। ਇਸ ਤਰ੍ਹਾਂ ਭਾਵ ਸਾਰੀ ਜਨਤਾ ਜਿਹੜੀ ਸੀ ਕੁਰਲਾ ਉੱਠੀ, ਤਰਾਹ ਕਰ ਉੱਠੀ, ਦਰਦ ਦੇ ਨਾਲ ਇੰਨੀ ਸਹਿਮੀ ਹੋਈ ਜਨਤਾ ਸੀ। ਅਤੇ ਇਸ ਸਥਿਤੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਏਤੀ ਮਾਰ ਪਈ ਕੁਰਲਾਣੇ, ਕਿ ਹੇ ਪਰਮਾਤਮਾ, ਇਹ ਸ੍ਰਿਸ਼ਟੀ ਜਦ ਤੇਰੀ ਸਾਜਨਾ ਹੈ, ਭਾਵ ਸਾਰੀ ਸ੍ਰਿਸ਼ਟੀ ਦੇ ਲੋਕਾਂ ਦੀ, ਸਾਰੀ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਜਦ ਤੂੰ ਹੈ, ਤਾਂ ਇਹਦੇ ਵਿੱਚ ਫਿਰ ਇੱਕ ਇਨਸਾਨ ਦੂਜੇ 'ਤੇ ਇੰਨਾ ਜ਼ੁਲਮ ਕਿਵੇਂ ਕਰਦਾ ਹੈ ਜਾਂ ਕਿਉਂ ਕਰਦਾ ਹੈ? ਕਿ ਉਹ ਤੇਰੀ ਰਜ਼ਾ ਅਨੁਸਾਰ ਹੁੰਦਾ ਹੈ? ਫਿਰ ਉਹ ਕਹਿ ਰਹੇ ਨੇ ਏਤੀ ਮਾਰ ਪਈ ਕੁਰਲਾਣੇ, ਨਿਹੱਥੀ ਹਿੰਦੁਸਤਾਨੀ ਜਨਤਾ 'ਤੇ ਇੰਨਾ ਜ਼ੁਲਮ ਹੋਇਆ ਹੈ ਕਿ ਉਹ ਕੁਰਲਾ ਉੱਠੇ ਨੇ। ਤੈਂ ਕੀ ਦਰਦ ਨਾ ਆਇਆ। ਰੱਬ ਨੂੰ ਉਲਾਮਾ ਦਿੱਤਾ ਜਾ ਰਿਹਾ ਕਿ ਹੇ ਪਰਮਾਤਮਾ, ਕਿ ਤੈਨੂੰ ਉਸ ਵੇਲੇ ਦਰਦ ਨਹੀਂ ਆਇਆ, ਰਹਿਮ ਨਹੀਂ ਆਇਆ। ਜੋ ਹਿੰਦੁਸਤਾਨੀ ਜਨਤਾ ਸੀ, ਜੋ ਨਿਹੱਥੀ ਵੀ ਸੀ ਅਤੇ ਬੇਦੋਸ਼ੀ ਵੀ ਸੀ, ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਫਿਰ ਅੱਗੇ ਫਰਮਾ ਰਹੇ ਨੇ ਕਰਤਾ ਤੂੰ ਸਭਨਾ ਕਾ ਸੋਈ।
ਕਰਤਾ ਭਾਵ ਸਾਰੀ ਸ੍ਰਿਸ਼ਟੀ ਦਾ ਰਚੈਤਾ ਤੂੰ ਆਪ ਹੈ, ਸਭਨਾਂ ਦਾ, ਸਾਰੀ ਸ੍ਰਿਸ਼ਟੀ ਦਾ ਰਚੈਤਾ ਤੂੰ ਆਪ ਹੈ, ਔਰ ਕਰਵਾਉਂਦਾ ਵੀ ਤੂੰ ਆਪ ਹੀ ਹੈ ਇਨਸਾਨ ਦੇ ਕੋਲੋਂ। ਜੋ ਵੀ ਕੰਮ ਕਰਾਉਣਾ ਹੈ ਚੰਗਾ ਜਾਂ ਮੰਦਾ, ਇਹਦੇ ਵਿੱਚ ਵੀ ਤੇਰਾ ਕੋਈ ਰਹੱਸ ਹੈ। ਫਿਰ ਕਹਿ ਰਹੇ ਨੇ ਕਿ ਜੇ ਸਕਤਾ ਸਕਤੇ ਕੋ ਮਾਰੇ, ਸਕਤੇ ਤੋਂ ਭਾਵ ਹੈ ਤਾਕਤਵਰ। ਜੇ ਕੋਈ ਤਾਕਤਵਰ ਇਨਸਾਨ ਜਿਹੜਾ ਹੈ ਕਿਸੇ ਸਕਤੇ ਤਾਕਤਵਰ ਦੇ ਉੱਪਰ ਜ਼ੁਲਮ ਕਰਦਾ ਹੈ, ਮਾਰਦਾ ਹੈ ਉਸਨੂੰ, ਉਸ ਦੇ ਨਾਲ ਆਡਾ ਲਾਉਂਦਾ ਹੈ, ਤਾਂ ਮਨ ਰੋਸ ਨਾ ਹੋਈ, ਤਾਂ ਵੇਖਣ ਵਾਲੇ ਦੇ, ਸੁਣਨ ਵਾਲੇ ਦੇ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਹੁੰਦਾ, ਕੋਈ ਦਰਦ ਨਹੀਂ ਹੁੰਦਾ, ਕਿਉਂਕਿ ਦੋਵੇਂ ਧਿਰਾਂ ਤਕੜੀਆਂ ਨੇ ਤੇ ਆਪਸ ਦੇ ਵਿੱਚ ਟਕਰਾ ਰਹੀਆਂ ਨੇ। ਸਕਤਾ ਸੀ ਮਾਰੇ ਪੈ ਵੱਗੈ। ਫਿਰ ਉਹ ਕਹਿ ਰਹੇ ਨੇ ਕਿ ਸਕਤਾ ਯਾਨੀ ਕਿ ਜੋ ਤਕੜਾ ਸ਼ੇਰ ਜਿੰਨਾ ਤਾਕਤਵਰ ਮਨੁੱਖ ਜਿਹੜਾ ਹੈ, ਜੇ ਕਿਸੇ ਮਾਤੜ ਬੰਦੇ 'ਤੇ, ਕਮਜ਼ੋਰ ਬੰਦੇ ਦੇ ਉੱਪਰ ਜ਼ੁਲਮ ਕਰਦਾ ਹੈ, ਉਸ ਨੂੰ ਦਬਾਉਂਦਾ ਹੈ, ਉਸ ਦਾ ਨੁਕਸਾਨ ਕਰਦਾ ਹੈ, ਖਸਮੈ ਸਾ ਪੁਰਸਾਈ। ਕਹਿ ਰਹੇ ਨੇ ਕਿ ਖਸਮੈ ਸਾ ਪੁਰਸਾਈ, ਮਾਲਕ ਨੂੰ ਉਸ ਦੀ ਜਿਹੜੀ ਹੈ ਫਰਿਆਦ ਸੁਣਨੀ ਚਾਹੀਦੀ ਹੈ, ਉਸ ਦੇ ਤਹਿ ਤੱਕ ਜਾਣਾ ਚਾਹੀਦਾ ਹੈ। ਭਾਵ ਜੇਕਰ ਕੋਈ ਸ਼ੇਰ ਜਿੰਨਾ ਤਾਕਤਵਰ ਜਾਨਵਰ ਜੇ ਹੈ ਕਿਸੇ ਗਊ ਜਿਹੇ ਜੋ ਸ਼ਰੀਫ, ਜੋ ਭੋਲਾ ਭਾਲਾ ਮਨੁੱਖ ਹੈ, ਉਸ ਦੇ ਉੱਪਰ ਜ਼ੁਲਮ ਕਰਦਾ ਹੈ, ਤੇ ਖਸਮੈ ਮਾਲਕ ਨੂੰ ਇਸ ਗੱਲ ਦੀ ਜਵਾਬਦੇਹੀ ਬਣਦੀ ਹੈ ਕਿ ਉਸ ਦੀ ਹਜ਼ੂਰੀ ਦੇ ਵਿੱਚ ਜਾਂ ਉਸ ਦੀ ਰਹਿਨੁਮਾਈ ਦੇ ਵਿੱਚ ਅਜਿਹਾ ਕਿਉਂ ਹੋਇਆ ਹੈ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰਨਾ ਕਾਈ। ਫਿਰ ਉਹ ਕਹਿ ਰਹੇ ਨੇ ਕਿ ਬਾਬਰ ਦੇ ਹਮਲੇ ਦੌਰਾਨ ਰਤਨਾ ਜਵਾਹਰਾਤਾਂ ਵਰਗੀਆਂ ਜੋ ਅਮੋਲਕ ਜਵਾਨੀਆਂ ਸਨ, ਅਮੋਲਕ ਮਨੁੱਖ ਸਨ, ਉਹ ਵਿਗਾੜ ਭਾਵ ਉਹਨਾਂ ਦਾ ਘਾਣ ਕਰ ਦਿੱਤਾ ਗਿਆ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਿਗੋਏ ਕੁੱਤੀ, ਇੱਥੋਂ ਤੱਕ ਕਿ ਉਹਨਾਂ ਦੀ ਦਸ਼ਾ ਜੋ ਸੀ ਉਹ ਇੰਨੀ ਬੁਰੀ ਹੋ ਗਈ ਕਿ ਜਿਵੇਂ ਕਹਿ ਰਹੇ ਨੇ ਕਿ ਕੁੱਤਾ ਕਿਸੇ ਇਨਸਾਨ ਨੂੰ ਬੁਰੀ ਤਰ੍ਹਾਂ ਝਰੀਟ ਦਿੰਦਾ ਹੈ, ਵੱਢ ਦਿੰਦਾ ਹੈ, ਕੁੱਤਿਆਂ ਵਾਂਗ ਆਪਸ ਦੇ ਵਿੱਚ ਲੜ ਰਹੇ ਸਨ ਉਸ ਵੇਲੇ ਦੇ ਜੋ ਰਾਜੇ ਮਹਾਰਾਜੇ ਸਨ, ਗੱਦੀਆਂ ਦੇ ਲਾਲਚ ਦੇ ਲਈ, ਤੇ ਇੱਕ ਦੂਜੇ ਦਾ ਵਿਨਾਸ਼ ਕਰ ਰਹੇ ਸਨ। ਵਿਗੋਏ ਤੋਂ ਭਾਵ ਹੈ ਵਿਨਾਸ਼ ਕਰਨਾ ਕਿਸੇ ਦਾ। ਮੋਇਆ ਸਾਰਨਾ ਕਾਈ, ਇੱਥੋਂ ਤੱਕ ਇਸ ਨੂੰ ਇਸ ਢੰਗ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਬਾਬਰ ਦੇ ਹਮਲੇ ਦੌਰਾਨ ਬੜੀਆਂ ਕੀਮਤੀ ਮਨੁੱਖਾਂ ਦੇ ਜੋ ਮਨੁੱਖ ਨੂੰ ਪ੍ਰਾਪਤ ਹੋਈ ਹੈ, ਉਹ ਇਸ ਹਮਲੇ ਦੇ ਦੌਰਾਨ ਜੋ ਸੀ ਉਹ ਜਵਾਨੀਆਂ, ਉਹ ਹੀਰੇ ਮੋਤੀਆਂ ਵਰਗੀਆਂ ਜਵਾਨੀਆਂ ਜਿਹੜੀਆਂ ਸਨ, ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ, ਉਹਨਾਂ ਦਾ ਵਿਨਾਸ਼ ਕਰ ਦਿੱਤਾ ਗਿਆ। ਮੋਇਆ ਸਾਰਨਾ ਕਾਈ, ਇੱਥੋਂ ਤੱਕ ਕਿ ਮਰਿਆਂ ਦੀ ਖਬਰ ਸਾਰ ਲੈਣ ਵਾਲਾ, ਮਰਿਆਂ ਦੇ ਮੂੰਹ 'ਚ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ ਬਚਿਆ। ਅੱਗੇ ਹੈ ਕਿ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਨਤਮਸਤਕ ਹੋ ਰਹੇ ਨੇ ਉਸ ਪਰਮਾਤਮਾ ਨੂੰ, ਧੰਨ ਧੰਨ ਕਰ ਰਹੇ ਨੇ ਕਿ ਆਪੇ ਜੋੜ ਵਿਛੋੜੇ ਆਪੇ, ਕਿ ਹੇ ਪਰਮਾਤਮਾ ਇਹਦੇ ਵਿੱਚ ਵੀ ਕੋਈ ਤੇਰਾ ਚੋਜ ਹੈ, ਕੋਈ ਰਹੱਸ ਹੈ, ਕੋਈ ਤੇਰਾ ਭਾਣਾ ਹੈ ਕਿ ਤੂੰ ਆਪੇ ਹੀ ਜੀਵਾਂ ਨੂੰ ਜੋੜ ਦਿੰਦਾ ਹੈ ਤੇ ਆਪੇ ਹੀ ਉਹਨਾਂ ਨੂੰ ਵਿਛੋੜ ਦਿੰਦਾ ਹੈ। ਇਹ ਵੀ ਤੇਰੀ ਆਪਣੇ ਆਪ ਦੇ ਵਿੱਚ ਕੋਈ ਵਡਿਆਈ ਹੈ, ਕੋਈ ਕਰਾਮਾਤ ਹੈ, ਇਹਦੇ ਪਿੱਛੇ ਕੋਈ ਬਹੁਤ ਗਹਿਰਾ ਰਾਜ ਛੁਪਿਆ ਹੁੰਦਾ ਹੈ। ਭਾਵ ਜਦੋਂ ਕਿਸੇ ਨੂੰ ਕਸ਼ਟ ਵਿੱਚ, ਸੰਕਟ ਵਿੱਚ ਪਾਉਂਦਾ ਹੈ ਤੇ ਫਿਰ ਆਪੇ ਹੀ ਉਸ ਨੂੰ ਸੰਕਟ ਦੇ ਵਿੱਚੋਂ ਕੱਢ ਵੀ ਦਿੰਦਾ ਹੈ। ਜੋੜ ਵਿਛੋੜ ਯਾਨੀ ਕਿ ਜੋੜਦਾ ਵੀ ਹੈ ਤੇ ਵਿਛੋੜਦਾ ਵੀ ਹੈ, ਕਿਸੇ ਨੂੰ ਸੰਕਟ ਵਿੱਚ ਪਾਉਂਦਾ ਵੀ ਹੈ, ਸੰਕਟ ਦੇ ਵਿੱਚੋਂ ਕੱਢ ਵੀ ਲੈਂਦਾ ਹੈ। ਪਤਾ ਨਹੀਂ ਇਹ ਕੀ ਤੇਰੇ ਰਾਜ ਹਨ, ਕੀ ਤੇਰੀਆਂ ਵਡਿਆਈਆਂ ਹਨ, ਕੀ ਤੇਰੇ ਚੋਜ ਹਨ, ਕਰਾਮਾਤਾਂ ਹਨ। ਜੇ ਕੋ ਨਾਉ ਧਰਾਏ ਵੱਡਾ, ਫਿਰ ਕਹਿ ਰਹੇ ਨੇ, ਗੁਰੂ ਸਾਹਿਬ ਫਰਮਾ ਰਹੇ ਨੇ ਕਿ ਜੇ ਕੋਈ ਮਨੁੱਖ ਜੋ ਹੈ ਇਸ ਦੁਨੀਆ ਦੇ ਉੱਤੇ ਆ ਕੇ ਪਰਮਾਤਮਾ ਦੀ ਰਹਿਮਤ ਅਨੁਸਾਰ ਉਸ ਨੂੰ ਕੋਈ ਅਹੁਦਾ, ਭਾਵ ਕਹਿ ਸਕਦੇ ਹਾਂ ਰਾਜਗੱਦੀ ਪ੍ਰਾਪਤ ਹੋ ਜਾਂਦੀ ਹੈ, ਭਾਵ ਜਿਸ ਮਨੁੱਖ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਹੈ, ਸ਼ਕਤੀ ਆ ਜਾਂਦੀ ਹੈ, ਉਹ ਫਿਰ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ। ਹਉਮੈ ਹੰਕਾਰ ਦਾ ਸ਼ਿਕਾਰ ਹੋ ਕੇ ਸੋਚਦਾ ਹੈ ਕਿ ਜੋ ਹੋਏਗਾ ਉਸੇ ਅਨੁਸਾਰ ਹੋਏਗਾ। ਸਾਧ ਕਰੇ ਮਨ ਭਾਣੇ, ਭਾਵ ਫਿਰ ਉਹ ਆਪਣੇ ਮਨ ਆਈਆਂ ਕਰਦਾ ਹੈ, ਮਨ ਆਈਆਂ ਗੱਲਾਂ ਕਰਦਾ ਹੈ, ਆਪਣੇ ਮਨ ਦੀਆਂ ਮਰਜ਼ੀਆਂ ਅਨੁਸਾਰ, ਜਿਹਦੇ ਦਾ ਚਾਹੇ, ਜਿਸ ਦਾ ਚਾਹੇ ਫਾਇਦਾ ਕਰ ਦਿੰਦਾ ਹੈ, ਜਿਸ ਦਾ ਚਾਹੇ ਨੁਕਸਾਨ ਕਰ ਦਿੰਦਾ ਹੈ, ਤੇ ਆਪਣਾ ਸਵਾਰਥ ਕੱਢਦਾ ਹੈ, ਆਪਣੇ ਬਦਲੇਖੋਰੀ ਭਾਵਨਾ ਦੇ ਨਾਲ ਵਿਹਾਰ ਕਰਦਾ ਹੈ। ਪਰ ਖਸਮੈ ਨਦਰੀ ਕੀੜਾ ਆਵੈ, ਉਹ ਮਾਲਕ, ਉਹ ਰਹਿਬਰ, ਉਹ ਪਰਮ ਪਿਤਾ ਪਰਮਾਤਮਾ ਜੋ ਹੈ ਸ੍ਰਿਸ਼ਟੀ ਦਾ ਸਿਰਜਣਹਾਰ,
ਉਸ ਦੀਆਂ ਨਜ਼ਰਾਂ ਦੇ ਵਿੱਚ ਅਜਿਹੇ ਜੀਵ ਜੋ ਹਨ ਇੱਕ ਕੀੜੇ ਦੇ ਸਮਾਨ ਹਨ, ਜੋ ਗੰਦਗੀ ਦਾ ਕੀੜਾ ਗੰਦਗੀ ਦੇ ਵਿੱਚੋਂ ਭੋਜਨ ਗ੍ਰਹਿਣ ਕਰਦਾ ਹੈ, ਗੰਦਗੀ ਦੇ ਵਿੱਚੋਂ ਢਿੱਡ ਭਰ ਰਿਹਾ ਹੁੰਦਾ ਹੈ ਅਤੇ ਬੜਾ ਖੁਸ਼ ਹੁੰਦਾ ਹੈ। ਪਰ ਖਸਮ ਉਸ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਅਜਿਹਾ ਮਨੁੱਖ ਜੋ ਸਵਾਰਥੀ ਬਿਰਤੀ ਵਾਲਾ ਹੈ, ਜੋ ਦੂਜਿਆਂ ਦਾ ਬੁਰਾ ਸੋਚਦਾ ਹੈ, ਦੂਜਿਆਂ ਦਾ ਘਾਣ ਕਰਦਾ ਹੈ, ਉਹ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਇੱਕ ਗੰਦਗੀ ਦੇ ਕੀੜੇ ਦੇ ਸਮਾਨ ਉਸਦੀ ਹੈਸੀਅਤ ਹੈ, ਉਸਦੀ ਵੁਕਤ ਹੈ। ਖਸਮੈ ਨਦਰੀ ਕੀੜਾ ਆਵੈ ਜੇਤੈ ਚੁਗੈ ਦਾਣੇ। ਜਿਸ ਤਰ੍ਹਾਂ ਗੰਦਗੀ ਦਾ ਕੀੜਾ ਗੰਦਗੀ 'ਚੋਂ ਢਿੱਡ ਭਰਦਾ ਹੈ, ਠੀਕ ਇਸੇ ਤਰ੍ਹਾਂ ਸਵਾਰਥੀ ਮਨੁੱਖ ਜਿਹੜਾ ਹੈ ਉਹ ਵੀ ਜੋ ਕਰਮ ਕਰਦਾ ਹੈ ਉਹ ਗੰਦਗੀ ਵਿੱਚੋਂ ਜੋ ਹੈ ਵਿੱਚ ਹੱਥ ਮਾਰਨ ਵਾਲੀ ਗੱਲ ਹੈ। ਮਰ ਮਰ ਜੀਵੈ ਤਾਂ ਕਿਛੁ ਪਾਏ ਨਾਨਕ ਨਾਮ ਵਖਾਣੈ। ਫਿਰ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਮਰ ਮਰ ਜੀਵੈ ਤਾਂ ਕਿਛੁ ਪਾਏ, ਕਿ ਹੇ ਮਨੁੱਖ, ਜੇ ਤੈਨੂੰ ਪਰਮਾਤਮਾ ਨੇ ਕੋਈ ਰਹਿਮਤਾਂ ਬਖਸ਼ੀਆਂ ਨੇ, ਇਸ ਸੰਸਾਰ 'ਤੇ ਆ ਕੇ ਤੇਰਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਣਾ। ਇਸ ਦੇ ਲਈ ਕੋਈ ਜੀਵ ਜਿਹੜਾ ਹੈ ਮਰ ਮਰ ਕੇ ਅਨੇਕਾਂ ਜਨਮ ਨਹੀਂ ਲਵੇ ਤਾਂ ਵੀ ਉਹ ਪਰਮਾਤਮਾ ਦੀਆਂ ਰਹਿਮਤਾਂ ਦੇ ਪ੍ਰਤੀ ਸ਼ੁਕਰਗੁਜ਼ਾਰ ਨਹੀਂ ਹੋ ਸਕਦਾ। ਮਰ ਮਰ ਜੀਵੈ ਤਾਂ ਕਿਛੁ ਪਾਏ ਨਾਨਕ ਨਾਮ ਵਖਾਣੇ। ਅਤੇ ਅਜਿਹਾ ਪਰਮਾਤਮਾ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਣ ਵਾਲਾ ਸ਼ਖਸ ਕੌਣ ਹੋ ਸਕਦਾ ਹੈ, ਮਨੁੱਖ ਕੌਣ ਹੋ ਸਕਦਾ ਹੈ? ਉਹ ਮਨੁੱਖ ਜਿਸ ਨੇ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੈ, ਭਾਵ ਜਿਸ ਦਾ ਹਿਰਦਾ ਸ਼ੁੱਧ ਹੈ, ਸਾਫ਼ ਹੈ, ਜਿਹੜਾ ਆਪਣੀ ਆਤਮਾ ਦੀ ਆਵਾਜ਼ ਸੁਣਦਾ ਹੈ, ਸਮਾਜ ਭਲਾਈ ਦੇ ਲਈ ਅੱਗੇ ਆਉਂਦਾ ਹੈ, ਆਪਣਾ ਸਵਾਰਥ ਛੱਡ ਕੇ ਦੂਸਰਿਆਂ ਦੇ ਲਈ ਮਰਨਾ ਵੀ ਕਬੂਲ ਕਰ ਲੈਂਦਾ ਹੈ, ਆਪਣਾ ਨੁਕਸਾਨ ਕਰਨਾ ਵੀ ਕਬੂਲ ਕਰ ਲੈਂਦਾ ਹੈ। ਅਜਿਹੇ ਜੀਵ ਦੇ ਉੱਪਰ ਰੱਬ ਦੀ ਬੜੀ ਰਹਿਮਤ ਹੁੰਦੀ ਹੈ। ਸੋ ਇਸ ਕਾਵਿ-ਬੰਧ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੌਰਾਨ ਜੋ ਹਿੰਦੁਸਤਾਨੀਆਂ ਦੀ ਦਸ਼ਾ ਹੋਈ ਹੈ, ਇੰਨੀ ਦੁਰਗਤੀ ਹੋਈ ਹੈ, ਉਸ ਦਾ ਕਾਰਨ ਦੱਸਿਆ ਹੈ। ਉਹਨਾਂ ਦੇ ਹਿਰਦੇ ਦੇ ਵਿੱਚ ਜੋ ਹਉਮੈ ਹੈ, ਜੋ ਦੂਸਰਿਆਂ ਦੇ ਨਾਲ ਭੇਦਭਾਵ ਕਰਨ ਦੀ ਭਾਵਨਾ ਸੀ, ਇਸੇ ਕਰਕੇ ਹੀ ਕਿਉਂਕਿ ਰਾਜੇ ਜੋ ਸਨ ਉਹ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਚੁੱਕੇ ਸਨ। ਸਾਧ ਕਰੇ ਮਨ ਭਾਣੇ, ਆਪਣੀਆਂ ਮਾਣਿਆਈਆਂ ਕਰਦੇ ਸਨ, ਜਨਤਾ ਦਾ ਸ਼ੋਸ਼ਣ ਕਰਦੇ ਸਨ। ਅਤੇ ਮਾਣਿਆਈਆਂ ਕਰਨ ਵਾਲਾ ਮਨੁੱਖ ਜਿਹੜਾ ਹੈ ਉਹ ਇੱਕ ਨਾ ਇੱਕ ਦਿਨ ਰੱਬੀ ਜੋ ਕਹਿਰ ਦਾ ਸ਼ਿਕਾਰ ਹੋ ਜਾਂਦਾ ਹੈ। ਧੰਨਵਾਦ।